ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਪੋਹ ਮਹੀਨੇ ਦੇ ਸਿਰਲੇਖ ਦੇ ਹੇਠ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੱਲੋਂ ਜੋ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਗਿਆ ਹੈ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ। ਸਾਡੇ ਮੌਸਮ ਦੇ ਹਿਸਾਬ ਦੇ ਨਾਲ 2 ਮਹੀਨੇ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮਹੀਨਾ ਅੱਤ ਦੀ ਸਰਦੀ ਦਾ ਮੰਨਿਆ ਜਾਂਦਾ ਹੈ, ਇੱਕ ਅੱਤ ਦੀ ਗਰਮੀ ਦਾ ਮੰਨਿਆ ਜਾਂਦਾ ਹੈ। ਜਿਵੇਂ ਹਾੜ ਮਹੀਨਾ ਅੱਤ ਦੀ ਗਰਮੀ ਦਾ ਹੈ, ਇਸੇ ਤਰ੍ਹਾਂ ਪੋਹ ਮਹੀਨਾ ਅੱਤ ਦੀ ਸਰਦੀ ਦਾ ਮੰਨਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ। ਭਾਵ ਕਿ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਹੈ ਜਿਨ੍ਹਾਂ ਦੇ ਕੋਲ ਅਕਾਲ ਪੁਰਖ ਵਾਹਿਗੁਰੂ ਮਾਲਕ ਉਹ ਨਹੀਂ ਹੁੰਦਾ ਹੈ। ਅੱਤ ਦੀ ਗਰਮੀ, ਅੱਤ ਦੀ ਸਰਦੀ, ਇਹ ਦੋਵੇਂ ਹੀ ਬੰਦੇ ਲਈ ਨੁਕਸਾਨ ਕਰ ਜਾਂਦੀਆਂ ਨੇ। ਇਸ ਕਰਕੇ ਮਰਦ ਕਹਿੰਦੇ ਨੇ ਕਿ ਪੋਖ ਤੁਖਾਰ ਨਾ ਵਿਆਪਈ। ਤੁਖਾਰ ਦਾ ਮਤਲਬ ਹੁੰਦਾ ਹੈ ਕੋਰਾ, ਕੱਕਰ। ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਘਰ ਦੇ ਵਿੱਚੋਂ ਬਾਹਰ ਨਿਕਲਦੇ ਹਾਂ ਅਤੇ ਖਾਸ ਕਰਕੇ ਘਾਹ ਦੇ ਉੱਤੇ ਜਾਂ ਹੋਰ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਉੱਤੇ ਬਰਫ਼ ਦੀ ਇੱਕ ਛੋਟੀ ਚਿੱਟੀ ਜਿਹੀ ਪਰਤ ਉਹ ਜੰਮ ਜਾਂਦੀ ਹੈ, ਜਿਹਨੂੰ ਕੋਰਾ ਕਿਹਾ ਜਾਂਦਾ ਹੈ। ਉਹਦੇ ਨਾਲ ਇਹ ਨੁਕਸਾਨ ਹੁੰਦਾ ਹੈ ਕਿ ਜਿਹੜੀਆਂ ਫਸਲਾਂ ਹੁੰਦੀਆਂ ਨੇ ਉਹ ਗਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਇਹ ਬਾਹਰ ਦੇ ਮੌਸਮ ਦੀ ਗੱਲ ਸਤਿਗੁਰੂ ਨੇ ਕੀਤੀ ਹੈ, ਪਰ ਅਸਲ ਦੇ ਵਿੱਚ ਅੰਦਰ ਦੀ ਗੱਲ ਮਹਾਰਾਜ ਨੇ ਕੀਤੀ ਹੈ ਕਿ ਅੰਦਰ ਸਾਡੇ ਸ਼ਾਂਤੀ ਤਾਂ ਹੋਵੇ, ਪਰ ਇੰਨੀ ਜ਼ਿਆਦਾ ਠੰਡ ਨਾ ਹੋਵੇ ਜ਼ਿੰਦਗੀ ਦੇ ਵਿੱਚ ਵੀ ਸਾਡਾ ਜੀਵਨ ਹੀ ਗਲ ਜਾਵੇ। ਜਿਵੇਂ ਬਾਹਰ ਦਾ ਕੋਰਾ ਚੀਜ਼ਾਂ ਨੂੰ ਗਲ ਕੇ ਰੱਖ ਦਿੰਦਾ ਹੈ, ਉੱਦਾਂ ਅੰਦਰ ਇੰਨੀ ਜ਼ਿਆਦਾ ਠੰਡ ਵੀ ਨਾ ਹੋ ਜਾਵੇ ਵੀ ਸਾਡੇ ਅੰਦਰ ਇੱਕ ਆਲਸ ਬਣਿਆ ਰਵੇ, ਸਾਡੇ ਅੰਦਰ ਇੱਕ ਸੁਸਤੀ ਬਣੀ ਰਵੇ। ਜਿਸ ਤਰ੍ਹਾਂ ਅਕਸਰ ਸਰਦੀਆਂ ਦੇ ਦਿਨਾਂ ਦੇ ਵਿੱਚ ਲੋਕ ਕੰਮ ਕਰਨ ਦੇ ਵਿੱਚ ਅਵੇਸਲੇ ਹੋ ਜਾਂਦੇ ਨੇ, ਆਲਸੀ ਹੋ ਜਾਂਦੇ ਨੇ। ਉਹ ਕਾਰਨ ਇਹ ਹੈ ਕਿ ਬਾਹਰ ਦੀ ਠੰਡ ਵਿਆਪਦੀ ਪਈ ਹੈ ਅਤੇ ਬੰਦੇ ਨੂੰ ਲੱਗਦਾ ਹੈ ਕਿ ਬਾਹਰ ਨਿਕਲਾਂਗਾ ਅਤੇ ਉਹਦੀ ਜ਼ਿੰਦਗੀ ਦੀ ਚਾਲ ਜਿਹੜੀ ਹੈ ਉਹ ਹੌਲੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਅਧਿਆਤਮਿਕ ਜੀਵਨ ਹੁੰਦਾ ਹੈ। ਇਸ ਅਧਿਆਤਮਿਕ ਜੀਵਨ ਦੇ ਵਿੱਚ ਜੇ ਕੋਰਾ ਵਰਤ ਜਾਵੇ ਜਾਂ ਤਾਂ ਫਿਰ ਬੰਦਾ ਬਿਲਕੁਲ ਕਠੋਰ ਹੋ ਜਾਂਦਾ ਹੈ। ਜਿੱਥੇ ਬਿਲਕੁਲ ਜ਼ਿਆਦਾ ਕੋਰਾ ਪੈ ਜਾਵੇ ਉੱਥੇ ਬਰਫ਼ ਜੰਮਣੀ ਸ਼ੁਰੂ ਹੋ ਜਾਂਦੀ ਹੈ। ਕਈ ਪਰਤਾਂ ਜਿਹੜੀਆਂ ਨੇ ਉਹ ਬਰਫ਼ ਦੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਇੱਦਾਂ ਬਰਫ਼ ਵਾਲਾ ਜੀਵਨ ਬਣ ਗਿਆ ਕਿ ਹੌਲੀ ਹੌਲੀ ਉਸ ਜੀਵਨ ਦੇ ਵਿੱਚੋਂ ਤਪਸ਼, ਉਸ ਜੀਵਨ ਦੇ ਵਿੱਚੋਂ ਨਿੱਘ ਉਹ ਖਤਮ ਹੋ ਗਿਆ। ਨਿੱਘ ਇੰਨਾ ਵੀ ਨਹੀਂ ਚਾਹੀਦਾ ਕਿ ਜਿੰਨਾ ਮਰਦ ਕਹਿੰਦੇ ਕਿ ਹਾੜ ਦੇ ਮਹੀਨੇ ਦੇ ਵਾਂਗ ਲੋਕ ਤਪੇ ਰਹਿੰਦੇ ਨੇ, ਇੱਦਾਂ ਵੀ ਨਹੀਂ। ਪਰ ਇਸ ਜ਼ਿੰਦਗੀ ਦੇ ਵਿੱਚ ਇੱਕ ਨਿੱਘ ਚਾਹੀਦਾ ਹੈ। ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਰਜਾਈ ਦਾ ਜਾਂ ਅੱਗ ਦਾ ਜਿਹੜਾ ਨਿੱਘ ਹੈ, ਇਸ ਤਰ੍ਹਾਂ ਦਾ ਨਿੱਘ ਜ਼ਿੰਦਗੀ ਦੇ ਵਿੱਚ ਚਾਹੀਦਾ ਹੈ ਕਿ ਜਿਹੜਾ ਵੀ ਬੰਦਾ ਲਾਗੇ ਆ ਕੇ ਬੈਠਦਾ ਪਿਆ ਹੈ ਉਹਨੂੰ ਸਕੂਨ ਮਿਲੇ। ਹੁਣ ਸਤਿਗੁਰੂ ਕਹਿੰਦੇ ਨੇ ਇਹ ਨਿੱਘ ਜ਼ਿੰਦਗੀ ਦੇ ਵਿੱਚ ਆਵੇਗਾ ਕਿੱਦਾਂ ਕਿ ਉਹ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਗਲ ਦੇ ਨਾਲ ਮਿਲ ਗਿਆ ਹੈ ਉਹਨਾਂ ਨੂੰ ਉਹ ਨਿੱਘ ਮਹਿਸੂਸ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਇਤਿਹਾਸ ਦੇ ਵਿੱਚੋਂ ਇਸ ਗੱਲ ਨੂੰ ਵੇਖਦੇ ਹਾਂ ਕਿ ਛੋਟੇ ਸਾਹਿਬਜ਼ਾਦੇ ਜਿਸ ਵੇਲੇ ਮਾਤਾ ਗੁਜਰ ਕੌਰ ਜੀ ਦੇ ਨਾਲ ਠੰਡੇ ਬੁਰਜ ਦੇ ਵਿੱਚ ਕੈਦ ਨੇ ਅਤੇ ਉਸ ਵੇਲੇ ਦਾਦੀ ਮਾਂ ਇਹਨਾਂ ਸਾਹਿਬਜ਼ਾਦਿਆਂ ਨੂੰ ਆਪਣੀ ਬੁੱਕਲ ਦੇ ਵਿੱਚ ਆਪਣੇ ਨਾਲ ਲਗਾ ਕੇ ਰੱਖਦੀ ਹੈ। ਔਰ ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ, ਬਾਬਾ ਜ਼ੋਰਾਵਰ ਸਿੰਘ ਨੂੰ, ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਗੁਜਰ ਕੌਰ ਦਾ ਨਿੱਘ ਹੈ, ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜੋ ਸਾਨੂੰ ਉਪਦੇਸ਼ ਬਖਸ਼ਿਆ ਹੈ। ਦਾਤਾਰ ਕਹਿੰਦੇ ਨੇ, ਵਿਕਾਰਾਂ ਦਾ ਕੋਰਾ, ਜ਼ਿੰਦਗੀ ਦੀ ਸੁਸਤੀ, ਆਲਸਪਨ, ਜ਼ਿੰਦਗੀ ਦੇ ਵਿੱਚ ਕੰਮ ਕਰਨ ਨੂੰ ਦਿਲ ਨਾ ਕਰਨਾ ਜਾਂ ਮਾਲਕ ਵਾਲੇ ਪਾਸੇ ਜਾਣ ਨੂੰ ਜੀ ਨਾ ਕਰਨਾ, ਉਹਨਾਂ ਬੰਦਿਆਂ ਨੂੰ ਨਹੀਂ ਵਿਆਪਦਾ ਹੈ। ਭਾਵ ਕਿ ਉਹਨਾਂ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਕਮਜ਼ੋਰੀਆਂ ਨਹੀਂ ਆਉਂਦੀਆਂ ਨੇ। ਕੰਠ ਮਿਲਿਆ ਹਰ ਨਾਹ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਗਲ ਦੇ ਨਾਲ ਮਿਲ ਗਿਆ ਹੈ। ਭਾਵ ਕਿ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਮਾਣ ਲਿਆ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਿੱਘ ਹੀ ਨਿੱਘ ਹੈ। ਆਤਮਿਕ ਤੌਰ ਦੇ ਉੱਤੇ ਉਹ ਬੰਦੇ ਨਿੱਘੇ ਨੇ। ਦੇਖੋ, ਸੜ ਜਾਣ ਦੇ ਵਿੱਚ ਅਤੇ ਨਿੱਘੇ ਹੋ ਜਾਣ ਦੇ ਵਿੱਚ ਬੜਾ ਫਰਕ ਹੈ। ਨਿੱਘ ਸਕੂਨ ਦਿੰਦਾ ਹੈ, ਸੜ ਜਾਣਾ ਦੁੱਖ ਦਿੰਦਾ ਹੈ। ਇਸ ਕਰਕੇ ਅਸਾੜ ਦੇ ਵਾਂਗੂ ਸੜਨਾ ਵੀ ਨਹੀਂ ਹੈ, ਪਰ ਜ਼ਿੰਦਗੀ ਦੇ ਵਿੱਚ ਨਿੱਘ ਰੱਖਣਾ ਹੈ। ਸਤਿਗੁਰੂ ਫਿਰ ਅੱਗੇ ਕਿਰਪਾ ਕਰਦੇ ਨੇ ਕਿ ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ।
ਉਹਨਾਂ ਦਾ ਮਨ ਵਿੰਨਿਆ ਹੁੰਦਾ ਹੈ। ਵਿੰਨਣ ਦਾ ਮਤਲਬ ਹੁੰਦਾ ਹੈ ਜਿਵੇਂ ਕਿਤੇ ਤੀਰ ਨਿਸ਼ਾਨੇ ਦੇ ਉੱਤੇ ਮਾਰਿਆ ਜਾਵੇ ਅਤੇ ਉਹ ਜੋ ਟਾਰਗੇਟ ਹੁੰਦਾ ਹੈ ਤੀਰ ਉਹਦੇ ਵਿੱਚ ਲੱਗ ਜਾਂਦਾ ਹੈ। ਅਤੇ ਜਾਂ ਕਿਸੇ ਕਾਗਜ਼ ਦੇ ਵਿੱਚ ਕੋਈ ਚੀਜ਼ ਲਗਾ ਦਿੱਤੀ ਜਾਵੇ ਅਤੇ ਉਹਦੇ ਵਿੱਚੋਂ ਵਿੰਨ ਕੇ ਲੱਗ ਕੇ ਚੀਜ਼ ਅਤੇ ਅਗਲੇ ਪਾਸੇ ਨਿਕਲ ਜਾਵੇ, ਆਰ ਪਾਰ ਹੋ ਜਾਵੇ, ਉਹਨੂੰ ਕਹਿੰਦੇ ਨੇ ਵਿੰਨਿਆ ਜਾਣਾ। ਮਨ ਬੇਧਿਆ, ਉਹਨਾਂ ਦਾ ਮਨ ਜਿਹੜਾ ਹੈ ਚਰਨਾਰ ਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਕਮਲ ਵਰਗੇ ਚਰਨ ਸੁੰਦਰ ਚਰਨਾਂ ਦੇ ਵਿੱਚ ਵਿੰਨਿਆ ਰਹਿੰਦਾ ਹੈ। ਭਾਵ ਕਿ ਦਰਸ਼ਨ ਲੱਗੜਾ ਸਾਹ, ਉਹਨਾਂ ਦਾ ਜਿਹੜਾ ਸਾਹ ਹੈ ਉਹ ਵਾਹਿਗੁਰੂ ਦੇ ਦਰਸ਼ਨਾਂ ਦੇ ਵੱਲ ਲੱਗਾ ਰਹਿੰਦਾ ਹੈ। ਇਸ ਕਰਕੇ ਇੱਕ ਨਿਰੰਤਰ ਨਿੱਘ, ਨਿਰੰਤਰ ਇੱਕ ਸਕੂਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ। ਜਿਸ ਤਰ੍ਹਾਂ ਬਾਹਰ ਦੀ ਠੰਡ ਦੇ ਵਿੱਚੋਂ ਸਾਨੂੰ ਨਿੱਘ ਦੀ ਜ਼ਰੂਰਤ ਹੁੰਦੀ ਹੈ, ਮਾਲਕ ਦੇ ਨਾਲ ਜੁੜ ਕੇ ਉਹਦੇ ਦਰਸ਼ਨਾਂ ਦੀ ਤਾਂਘ ਦੇ ਵਿੱਚ ਉਹਨਾਂ ਦੇ ਅੰਦਰ ਇਹ ਨਿੱਘ ਬਣਿਆ ਰਹਿੰਦਾ ਹੈ। ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ। ਅਤੇ ਇਸ ਸਮੇਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਨੇ ਅਤੇ ਵਾਹਿਗੁਰੂ ਦੀ ਸੇਵਾ ਦਾ ਉਹ ਲਾਹਾ ਲੈਂਦੇ ਨੇ। ਦੇਖੋ ਇਹੀ ਦਿਨ ਨੇ ਜਿਹਦੇ ਵਿੱਚ ਅਸੀਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਜਦੋਂ ਅਨੰਦਪੁਰ ਸਾਹਿਬ ਛੱਡਣਾ ਪਿਆ ਅਤੇ ਮਹਾਰਾਜ ਜੀ ਦੇ ਹੋਰ ਜਿਹੜੇ ਸਿੱਖ ਨੇ ਜਿੱਥੇ ਸਤਿਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ, ਉੱਥੇ ਜਦੋਂ ਸਤਿਗੁਰੂ ਜੀ ਚਮਕੌਰ ਸਾਹਿਬ ਪਹੁੰਚਦੇ ਨੇ ਅਤੇ ਉੱਥੇ ਮਹਾਰਾਜ ਜੀ ਨੂੰ ਹਵੇਲੀ ਭੇਟ ਕਰਨ ਵਾਲੇ ਸਿੱਖ ਬੁੱਧੀ ਚੰਦ ਜਰਾਵਤ ਵਰਗੇ ਜਿਹੜੇ ਸਿੱਖ ਨੇ, ਜਾਂ ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਜਦੋਂ ਚਮਕੌਰ ਸਾਹਿਬ ਛੱਡ ਕੇ ਅੱਗੇ ਵੀ ਨਿਕਲ ਜਾਂਦੇ ਨੇ ਅਤੇ ਭਾਈ ਗਨੀ ਖਾਂ, ਭਾਈ ਨਬੀ ਖਾਂ ਵਰਗੇ ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਨ। ਸੇਵਾ ਸੁਆਮੀ ਲਾਹ, ਉਹ ਵਾਹਿਗੁਰੂ ਦੀ ਸੁਆਮੀ ਦੀ ਸੇਵਾ ਦਾ ਲਾਹਾ ਪ੍ਰਾਪਤ ਕਰਦੇ ਨੇ। ਇਸ ਕਰਕੇ ਨਿਰੰਤਰ ਨਿੱਘ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਣਿਆ ਰਹਿੰਦਾ ਹੈ। ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਹ। ਫਿਰ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਮਾੜੀ ਆਦਤ, ਵਿਖਿਆ, ਜ਼ਹਿਰ ਇਹ ਨਹੀਂ ਪੋਹ ਸਕਦੇ, ਕਿਉਂਕਿ ਗੁਰੂ ਨੂੰ ਮਿਲ ਕੇ ਉਹ ਗੁਣ ਗਾਉਂਦੇ ਨੇ। ਜਿਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਭਾਈ ਲਖਮੀਰ ਅਤੇ ਭਾਈ ਸ਼ਮੀਰ ਹਾਜ਼ਰ ਹੋਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ, ਅਤੇ ਇਹਨਾਂ ਨੂੰ ਵਜ਼ੀਰ ਖਾਨ ਦੇ ਵੱਲੋਂ ਚਿੱਠੀਆਂ ਵੀ ਆਉਂਦੀਆਂ ਸੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸੇਵਾ ਨਾ ਕਰੋ। ਇਹਨਾਂ ਨੇ ਲਿਖ ਕੇ ਭੇਜ ਦਿੱਤਾ ਸੀ ਕਿ ਭਾਈ ਸਾਡਾ ਗੁਰੂ ਹੈ, ਸਾਡਾ ਇਸ਼ਟ ਹੈ, ਅਸੀਂ ਉਹਦੀ ਸੇਵਾ ਕਰਨ ਤੋਂ ਕਿੱਦਾਂ ਹਟ ਸਕਦੇ ਹਾਂ, ਜਾਂ ਕੋਈ ਸਾਨੂੰ ਕੀ ਰੋਕ ਸਕਦਾ ਹੈ। ਇਸ ਕਰਕੇ ਉਹਨਾਂ ਨੂੰ ਗੁਰੂ ਦੇ ਨਾਲ ਮਿਲ ਕੇ ਉਹ ਗੁਣ ਗਾਉਂਦੇ ਨੇ। ਕਿਸੇ ਵੀ ਤਰੀਕੇ ਦੀ ਵਿਖਿਆ ਮਾਇਆ ਉਹਨਾਂ ਨੂੰ ਉਹ ਨਹੀਂ ਪਾਉਂਦੀ ਹੈ, ਭਾਵ ਕਿ ਟੱਚ ਕਰਦੀ ਹੈ। ਇਹੋ ਜਿਹੀਆਂ ਚੀਜ਼ਾਂ ਉਹਨਾਂ ਦੇ ਉੱਤੇ ਪ੍ਰਭਾਵ ਨਹੀਂ ਪਾਉਂਦੀਆਂ ਨੇ। ਜਹਾਂ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ। ਅਤੇ ਜਿਨ੍ਹਾਂ ਨੂੰ ਇਸ ਸਮੇਂ ਦੇ ਵਿੱਚ ਜਿਵੇਂ ਹੁਣ ਬਾਹਰ ਦੇ ਮੌਸਮ ਦੇ ਹਿਸਾਬ ਦੇ ਨਾਲ ਨਿੱਘ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਨੂੰ ਇਸ ਸਮੇਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਿੱਘ ਮਿਲ ਗਿਆ ਹੈ, ਉਹਦੇ ਨਾਮ ਦਾ ਸਵਾਦ ਮਿਲ ਗਿਆ ਹੈ, ਜਿਸ ਵਾਹਿਗੁਰੂ ਤੋਂ ਉਹ ਪੈਦਾ ਹੋਏ ਹੁੰਦੇ ਨੇ, ਵਾਹਿਗੁਰੂ ਦਾ ਜਾਪ ਕਰਕੇ, ਵਾਹਿਗੁਰੂ ਦਾ ਸਿਮਰਨ ਕਰਕੇ ਉਸੇ ਵਾਹਿਗੁਰੂ ਦੇ ਵਿੱਚ ਉਹ ਸਮਾ ਜਾਂਦੇ ਨੇ। ਉਹਨਾਂ ਦੀ ਲਿਵ ਉਸੇ ਮਾਲਕ ਦੇ ਵਿੱਚ ਜੁੜ ਜਾਂਦੀ ਹੈ। ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀਆ। ਅਤੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ, ਭਾਵ ਕਿ ਜਿਨ੍ਹਾਂ ਦਾ ਹੱਥ ਅਕਾਲ ਪੁਰਖ ਵਾਹਿਗੁਰੂ ਨੇ ਫੜ ਲਿਆ ਹੈ, ਬਹੁੜ ਨਾ ਵਿਛੜੀਆ। ਫਿਰ ਉਹ ਜਿਹੜੀਆਂ ਜੀਵ ਇਸਤਰੀਆਂ ਨੇ, ਉਹ ਗੁਰਮੁਖ ਜਨ, ਉਹ ਫਿਰ ਨਹੀਂ ਵਿਛੜਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ। ਬਾਰ ਜਾਓ ਲੱਖ ਬੀਰੀਆ ਹਰ ਸੱਜਣ ਅਗਮ ਅਗਾਹ। ਸਤਿਗੁਰੂ ਕਹਿੰਦੇ ਨੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਿਹੜਾ ਅਪਹੁੰਚ ਹੈ, ਭਾਵ ਕਿ ਜਿਹਦੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ, ਸੁਰਤ ਦੀ ਪਹੁੰਚ ਨਹੀਂ ਹੈ, ਉਸ ਮਾਲਕ ਤੋਂ ਮੈਂ ਲੱਖਾਂ ਵਾਰੀ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈਆ ਹਾਂ। ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਦਰ ਦੇ ਉੱਤੇ ਪਏ ਹੋਇਆਂ ਦੀ ਲਾਜ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ ਭਾਵੈ ਧੀਰਕ ਭਾਵੈ ਧੱਕੇ ਏਕ ਵਡਾਈ ਦੇ। ਕਿ ਇਸ ਗੱਲ ਦੇ ਵਿੱਚ ਹੀ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਜੇਕਰ ਕੋਈ ਕੂਕਰ ਆਪਣੇ ਮਾਲਕ ਦੇ ਘਰ ਦੇ ਵਿੱਚ ਆਵਾਜ਼ ਮਾਰਦਾ ਪਿਆ ਹੈ, ਮੰਗਦਾ ਪਿਆ ਹੈ, ਅਤੇ ਅੱਗੇ ਮਾਲਕ ਦੀ ਮੌਜ ਹੈ ਕਿ ਉਹਨੂੰ ਧੱਕਾ ਮਾਰਨਾ ਹੈ ਜਾਂ ਉਹਨੂੰ ਰੋਟੀ ਪਾਉਣੀ ਹੈ, ਪਰ ਆਵਾਜ਼ ਸੁਣ ਲੈਣੀ ਹੀ ਬੜੀ ਵੱਡੀ ਗੱਲ ਹੈ ਕਿ ਮਾਲਕ ਉਹਦੀ ਆਵਾਜ਼ ਨੂੰ ਸੁਣਦਾ ਪਿਆ ਹੈ। ਇਸ ਕਰਕੇ ਜਿਵੇਂ ਦਾਤਾਰ ਕਹਿੰਦੇ ਨੇ ਵੀ ਕਿਸੇ ਵੀ ਮਾਲਕ ਨੇ ਆਪਣੇ ਘਰ ਦੇ ਵਿੱਚ ਕੋਈ ਜਾਨਵਰ ਰੱਖਿਆ ਹੋਵੇ, ਅਤੇ ਜੇਕਰ ਮਾਲਕ ਉਸ ਜਾਨਵਰ ਨੂੰ ਵਰਤਦਾ ਹੈ, ਪਰ ਉਸ ਜਾਨਵਰ ਦੀ ਰੋਟੀ ਪਾਣੀ ਦਾ, ਉਸ ਜਾਨਵਰ ਦੇ ਚਾਰੇ ਦਾ ਫਿਕਰ ਵੀ ਤੇ ਉਸ ਮਾਲਕ ਨੂੰ ਹੁੰਦਾ ਹੈ। ਇਸ ਕਰਕੇ ਦਾਤਾਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ ਹੈ, ਸਾਨੂੰ ਕਾਰ ਦੇ ਵਿੱਚ ਲਾਇਆ ਹੋਇਆ ਹੈ, ਕੰਮ ਦੇ ਵਿੱਚ ਲਾਇਆ ਹੋਇਆ ਹੈ,
ਪਰ ਉਹਦੇ ਦਰ ਦੇ ਉੱਤੇ ਪਿਆਂ ਦੀ ਇੱਜ਼ਤ ਰੱਖਣ ਵਾਲਾ ਵੀ ਉਹੀ ਹੈ ਜਿਹਨੂੰ ਬਾਬਾ ਧੰਨਾ ਜੀ ਗੁਰਬਾਣੀ ਦੇ ਵਿੱਚ ਆਖਦੇ ਨੇ, ਮੈਂ ਨਾਹੀਂ ਕਛ ਹਉ ਨਾਹੀਂ ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਇਸ ਕਰਕੇ ਸ਼ਰਮ ਪਈ ਨਾਰਾਇਣ ਹੈ ਕਿ ਵਾਹਿਗੁਰੂ ਨੂੰ ਆਪਣੇ ਦਰ ਦੇ ਉੱਤੇ ਪਏ ਹੋਇਆਂ ਦੀ ਲਾਜ ਹੈ ਵੀ ਇਹ ਮੇਰੀ ਸ਼ਰਨ ਦੇ ਵਿੱਚ ਆਇਆ ਹੈ। ਵਾਹਿਗੁਰੂ ਉਹਦੀ ਇੱਜ਼ਤ ਰੱਖਦਾ ਹੈ, ਉਹਦੀ ਬਾਂਹ ਫੜਦਾ ਹੈ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ। ਇਹ ਜ਼ਿੰਦਗੀ ਦਾ ਪੋਹ ਰੂਪ ਜਿਹੜਾ ਮਹੀਨਾ ਹੈ, ਭਾਵ ਕਿ ਹੁਣ ਪੋਹ 30 ਦਿਨਾਂ ਦੀ ਗੱਲ ਨਹੀਂ, ਜਿਨ੍ਹਾਂ ਦੀ ਜ਼ਿੰਦਗੀ ਬਿਲਕੁਲ ਸੁਸਤ ਹੈ, ਆਲਸੀ ਹੈ, ਵਿਕਾਰਾਂ ਦੇ ਵਿੱਚ ਗਲ ਚੁੱਕੀ ਹੈ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਬਖਸ਼ ਦਿੰਦਾ ਹੈ, ਭਾਵ ਕਿ ਆਪਣੇ ਨਾਮ ਦੀ ਦਾਤ ਬਖਸ਼ ਦਿੰਦਾ ਹੈ, ਜਿਨ੍ਹਾਂ ਦੇ ਵਿਕਾਰ ਬਖਸ਼ ਦਿੰਦਾ ਹੈ ਸਤਿਗੁਰੂ, ਜਿਨ੍ਹਾਂ ਦੇ ਲੇਖੇ ਬਖਸ਼ ਦਿੰਦਾ ਹੈ ਸਤਿਗੁਰੂ। ਹਜ਼ੂਰ ਕਹਿੰਦੇ ਨੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ਾਂ ਕਰ ਦਿੰਦਾ ਹੈ, ਉਹਨਾਂ ਦੇ ਪਾਪ ਬਖਸ਼ ਦਿੰਦਾ ਹੈ, ਉਹਨਾਂ ਲਈ ਜ਼ਿੰਦਗੀ ਰੂਪੀ ਆ ਜੋ ਪੋਹ ਦਾ ਮਹੀਨਾ ਹੈ ਇਹ ਬੜੇ ਸੁੱਖ ਵਾਲਾ ਹੋ ਜਾਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਉਪਦੇਸ਼ ਹੈ। ਉੱਥੇ ਹੀ ਵਿਸ਼ੇਸ਼ ਬੇਨਤੀ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਦੇ ਜਿਹੜੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਨੇ, ਉਹਨਾਂ ਦੇ ਇਹ ਇਤਿਹਾਸਕ ਦਿਹਾੜੇ ਆ ਰਹੇ ਹਨ। ਅਸੀਂ ਹਰ ਸਾਲ ਇਹਨਾਂ ਦਿਹਾੜਿਆਂ ਨੂੰ ਮਨਾਉਂਦੇ ਵੀ ਹਾਂ। ਉੱਥੇ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨੂੰ ਇਹਨਾਂ ਦਿਨਾਂ ਦੇ ਬਾਰੇ ਜਾਣਕਾਰੀ ਦਈਏ। ਸਭ ਤੋਂ ਵੱਡੀ ਗੱਲ, ਖੁਦ ਵੀ ਇਹਦੇ ਬਾਰੇ ਜਾਣਕਾਰੀ ਰੱਖੀਏ। ਵੱਖ-ਵੱਖ ਥਾਵਾਂ ਦੇ ਉੱਤੇ ਸਮਾਗਮ ਚੱਲਦੇ ਪਏ ਨੇ, ਆਪ ਜੀ ਉਹਨਾਂ ਸਮਾਗਮਾਂ ਦਾ ਹਿੱਸਾ ਬਣੋ। ਕਿਸੇ ਵੀ ਤਰੀਕੇ ਨਾਲ ਆਪ ਦੀ ਜਾਣਕਾਰੀ ਪ੍ਰਾਪਤ ਕਰੋ ਤਾਂ ਕਿ ਸਾਨੂੰ ਸਾਹਿਬਜ਼ਾਦਿਆਂ ਦੇ ਬਾਰੇ, ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਮਹਾਂਪੁਰਸ਼ਾਂ ਦੇ ਬਾਰੇ ਸਾਨੂੰ ਜਾਣਕਾਰੀ ਪ੍ਰਾਪਤ ਹੋਵੇ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਿੱਘ ਮਹਿਸੂਸ ਹੋਵੇ ਕਿ ਅਸੀਂ ਆਪਣੇ ਵੱਡੇ ਭਰਾਵਾਂ ਸਾਹਿਬਜ਼ਾਦਿਆਂ ਦੀ ਬੁੱਕਲ ਦੇ ਵਿੱਚ ਹਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੋਦ ਦੇ ਵਿੱਚ ਹਾਂ, ਜਿਸ ਕਰਕੇ ਸਾਨੂੰ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ, ਕਿ ਸਾਨੂੰ ਉਸ ਮਾਲਕ ਨੇ ਗਲ ਦੇ ਨਾਲ ਲਾਇਆ ਹੋਵੇ ਅਤੇ ਸਾਨੂੰ ਵਿਕਾਰਾਂ ਦਾ ਕੋਰਾ ਨਾ ਪਵੇ। ਇਸ ਕਰਕੇ ਇਹਨਾਂ ਬੇਨਤੀਆਂ ਨੂੰ ਵੀ ਆਪਾਂ ਜ਼ਰੂਰ ਪ੍ਰਵਾਨ ਕਰਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।